ਸ਼ਬਦ ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੇ ਦੇਵਾ ਦੇਵ। ਰਹਾਉ ਸੰਤ ਆਚਰਨ ਸੰਤ ਚੋ ਮਾਰਗ, ਸੰਤ ਚ ਉਲਗ ਉਲਗਣੀ। ਔਰ ਮੰਗੋ ਭਗਤ ਚਿੰਤਾਮਣ, ਜਣੀ ਲਖਾਵੋ ਸੰਤ ਪਾਪੀ ਸਣ। ਰਵਿਦਾਸ ਭਣੈ ਜਾਣੇ ਸੋ ਜਾਣ, ਸੰਤ ਅਨੰਤ ਅੰਤਰ ਨਾਹੀ। ਸਤਿਗੁਰ ਰਵਿਦਾਸ ਜੀ ਮਹਾਰਾਜ ਮਾਨਵਤਾ ਨੂੰ ਸੰਤਾਂ ਦੀ ਸੰਗਤ ਕਰਨ ਦਾ ਪਾਵਨ ਉਪਦੇਸ਼ ਦਿੰਦੇ ਹਨ। ਸੰਤਾਂ ਦੀ ਸੰਗਤ ਵਿੱਚ ਰਹਿ ਕੇ ਹੀ ਏਕਤਾ, ਸਮਾਨਤਾ, ਭਾਈਚਾਰਾ, ਸਾਂਝੀਵਾਲਤਾ ਅਤੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਪ੍ਰਾਪਤ ਹੁੰਦਾ ਹੈ। ਕਿਉਂਕਿ ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਹੇ ਪਰਮਾਤਮਾ ਜੀ, ਸੰਤ ਆਪ ਦਾ ਸਰੀਰ ਹਨ ਅਤੇ ਸੰਤਾਂ ਦੀ ਸੰਗਤ ਆਪ ਦੇ ਪ੍ਰਾਣ ਹਨ। ਸਤਿਗੁਰ ਗਿਆਨ ਨਾਲ ਹੀ ਜਾਣਿਆ ਜਾਂਦਾ ਹੈ ਕਿ ਸੰਤ ਦੇਵਾਂ ਦੇ ਪੂਜਨੀਕ ਦੇਵ ਹਨ ਤੇ ਪਰਮਾਤਮਾ ਸਵਰੂਪ ਹਨ। ਬਾਬਾ ਫਰੀਦ ਜੀ ਫਰਮਾਨ ਕਰਦੇ ਹਨ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਪ੍ਰਭੂ ਨੇ ਕਿਰਪਾ ਕਰਕੇ ਜਦੋਂ ਮੈਨੂੰ ਸੰਤਾਂ ਦੀ ਸੰਗਤ ਨਾਲ ਮਿਲਾਇਆ ਤਾਂ ਸੰਤਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਮੈਂ ਜਿੱਧਰ ਵੀ ਦੇਖਿਆ ਮੈਨੂੰ ਅੱਲਾ ਬੇਲੀ ਹੀ ਨਜ਼ਰ ਆਇਆ। ਸੰਤ ਜੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੇ ਦੇਵਾ ਦੇਵ। ਰਹਾਉ ਹੇ ਦੇਵਾਂ ਦੇ ਦੇਵ ਪਰਮਾਤਮਾ ਜੀ, ਮੈਨੂੰ ਸੰਤਾਂ ਦੀ ਸੰਗਤ, ਸੰਤਾਂ ਦੀ ਕਥਾ ਦਾ ਆਨੰਦ ਅਤੇ ਸੰਤਾਂ ਨਾਲ ਪ੍ਰੇਮ ਦੇਣਾ ਕਰੋ ਜੀ। ਸਤਿਗੁਰ ਕਬੀਰ ਮਹਾਰਾਜ ਵੀ ਫਰਮਾਉਂਦੇ ਹਨ, ਸਤ ਸੰਗਤ ਰਾਮ ਹਿਰਦੇ ਵਸਾਈ, ਸਾਧ ਸੰਗਤ ਉਪਜੇ ਵਿਸ਼ਵਾਸ। ਬਾਹਰ ਭੀਤਰ ਸਦਾ ਪ੍ਰਗਾਸ। ਸੰਤਾਂ ਦੀ ਸੰਗਤ ਵਿੱਚ ਜਾ ਕੇ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੁੰਦਾ ਹੈ। ਸੰਤਾਂ ਦੀ ਸੰਗਤ ਦੁਆਰਾ ਮਨ ਵਿੱਚ ਭਰੋਸਾ ਪੈਦਾ ਹੋਣ ਨਾਲ ਸਰੀਰ ਦੇ ਅਥਵਾ ਬ੍ਰਹਿਮੰਡ ਦੇ ਅੰਦਰ ਬਾਹਰ ਸਦਾ ਉਸ ਪਰਮਾਤਮਾ ਦਾ ਪ੍ਰਕਾਸ਼ ਦਿਸਦਾ ਹੈ। ਸੰਤ ਆਚਰਨ ਸੰਤ ਚੋ ਮਾਰਗ, ਸੰਤ ਚ ਉਲਗ ਉਲਗਣੀ। ਹੇ ਪ੍ਰਭੂ ਜੀ, ਸੰਤਾਂ ਵਾਲਾ ਆਚਰਣ ਅਤੇ ਸੰਤਾਂ ਵਾਲਾ ਸ੍ਰੇਸ਼ਟ ਰਸਤਾ ਮੈਨੂੰ ਦਿਓ ਜੀ। ਕਿਉਂਕਿ ਸੰਸਾਰ ਵਿੱਚ ਸੰਤਾਂ ਦਾ ਆਚਰਣ ਤੇ ਮਾਰਗ ਸਭ ਤੋਂ ਸ੍ਰੇਸ਼ਟ ਹੈ। ਸਤਿਗੁਰ ਅਰਜਨ ਦੇਵ ਜੀ ਫਰਮਾਉਂਦੇ ਹਨ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ। ਸੰਤਾਂ ਵਾਲਾ ਸ੍ਰੇਸ਼ਟ ਮਾਰਗ ਅਤੇ ਧਰਮ ਦਾ ਰਸਤਾ ਕਿਸੇ ਵਡਭਾਗੀ ਜੀਵ ਨੂੰ ਹੀ ਪ੍ਰਾਪਤ ਹੁੰਦਾ ਹੈ। ਹੇ ਪਰਮਾਤਮਾ ਜੀ, ਮੈਨੂੰ ਸੰਤਾਂ ਦੇ ਦਾਸਾਂ ਦਾ ਦਾਸ ਬਣਾ ਦਿਓ ਜੀ। ਕਿਉਂਕਿ ਸੰਤਾਂ ਦੇ ਦਾਸਾਂ ਦਾ ਦਾਸ ਬਣਨ ਨਾਲ ਮੈਨੂੰ ਸੰਤਾਂ ਵਾਲੀ ਸੰਗਤ ਪ੍ਰਾਪਤ ਹੋਵੇਗੀ। ਔਰ ਇੱਕ ਮੰਗੋ ਭਗਤ ਚਿੰਤਾਮਣ, ਜਣੀ ਲਖਾਵੋ ਸੰਤ ਪਾਪੀ ਸਣ। ਪਰਮਾਤਮਾ ਜੀ, ਆਪ ਪਾਸੋਂ ਇੱਕ ਹੋਰ ਮੰਗ ਕਰਦਾ ਹਾਂ ਕਿ ਮੈਨੂੰ ਮਨ ਇੱਛਤ ਫਲ ਦੇਣ ਵਾਲੀ ਨਾਮ ਰੂਪੀ ਭਗਤੀ ਮਣੀ ਦਿਓ। ਪਰ ਕਦੇ ਵੀ
ਮੈਨੂੰ ਐਸੇ ਜੀਵ ਦਾ ਜਿਨ੍ਹਾਂ ਦਾ ਕਿਰਦਾਰ ਸੰਤਾਂ ਤੋਂ ਉਲਟ ਹੈ, ਉਹਨਾਂ ਦੇ ਦਰਸ਼ਨ ਨਾ ਕਰਾਓ ਜੀ। ਸਤਿਗੁਰ ਕਬੀਰ ਸਾਹਿਬ ਫਰਮਾਉਂਦੇ ਹਨ, ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲਿਆ ਸੰਤ ਮਸਤ ਕਰ ਰਹੀਐ। ਜੇਕਰ ਸੰਤ ਮਿਲ ਜਾਣ ਤਾਂ ਉਹਨਾਂ ਦੇ ਅੰਤਮ ਬਚਨ ਸਵਰਨ ਕਰਨੇ ਚਾਹੀਦੇ ਹਨ। ਜੇਕਰ ਕੋਈ ਸ਼ੰਕਾ ਹੋਵੇ, ਉਹਨਾਂ ਪਾਸੋਂ ਇਸ ਦੀ ਨਿਰਵਿਰਤੀ ਦਾ ਬਚਨ ਸੁਣਨਾ ਚਾਹੀਦਾ ਹੈ। ਪਰ ਜੇਕਰ ਕੋਈ ਖੋਟਾ ਪੁਰਸ਼ ਮਿਲੇ ਜਾਵੇ ਅਤੇ ਉਸ ਦੇ ਸਾਹਮਣੇ ਚੁੱਪ ਹੀ ਰਹਿਣਾ ਚਾਹੀਦਾ ਹੈ। ਰਵਿਦਾਸ ਪੜ੍ਹੈ ਜਾਣੇ ਸੋ ਜਾਣ, ਸੰਤ ਅਨੰਤ ਅੰਤਰ ਨਾਹੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਫਰਮਾਉਂਦੇ ਹਨ ਕਿ ਸੰਸਾਰੀ ਲੋਕ ਸੰਤਾਂ ਨੂੰ ਜੋ ਮਰਜ਼ੀ ਸਮਝਣ, ਪਰ ਅਸਲੀਅਤ ਵਿੱਚ ਇਹ ਹੈ ਕਿ ਸੰਤ ਅਤੇ ਪਾਰ ਬ੍ਰਹਮ ਵਿੱਚ ਕੋਈ ਭੇਦ ਨਹੀਂ ਹੈ। ਸੰਤ ਸੰਸਾਰ ਵਿੱਚ ਪਰਮਾਤਮਾ ਦਾ ਹੀ ਰੂਪ ਹਨ। ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸੰਤਾਂ ਦੀ ਸੋਭਾ ਸੰਤ ਹੀ ਜਾਣਦੇ ਹਨ। ਹੇ ਭਾਈ, ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ। ਸ਼ਬਦ ਤੁਮ ਚੰਦਨ ਹਮੇ ਰੰਡ ਬਾਪਰੈ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭੈ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸਰਣ ਤੁਮਾਰੀ, ਹਮ ਔਗਣ ਤੁਮ ਉਪਕਾਰੀ। ਰਹਾਉ ਤੁਮ ਮਖਸੂਦ ਸਫੇਦ ਸਪੀਅਲ, ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮਖੀਰਾ। ਜਾਤੀ ਓਛਾ ਪਾਤੀ ਓਛਾ, ओछा जन्म हमारा, राजा राम की सेव न कीनी, कह रविदास चमारा। सतगुरु रविदास जी महाराज ਜੀਵਾਂ ਨੂੰ ਸਤ ਸੰਗਤ ਵਿੱਚ ਮਧੂ ਮੱਖੀਆਂ ਦੀ ਤਰ੍ਹਾਂ ਮਿਲ ਕੇ ਰਹਿਣ ਦਾ ਪਾਵਨ ਉਪਦੇਸ਼ ਦਿੰਦੇ ਹਨ। ਤੁਮ ਚੰਦਨ ਹਮ ਇਰੰਡ ਬਾਪਰੈ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭੈ ਹੈ, ਗੰਧ ਸੁਗੰਧ ਨਿਵਾਸਾ। हे ਪਰਮਾਤਮਾ ਜੀ, ਆਪ ਸੰਸਾਰ ਵਿੱਚ ਚੰਦਨ ਵਾਂਗ ਸ੍ਰੇਸ਼ਟ ਹੋ। ਅਸੀਂ ਸੰਸਾਰੀ ਜੀਵ ਵਿਕਾਰਾਂ ਕਰਕੇ ਇਰੰਡ ਵਾਂਗ ਗੁਣਹੀਨ ਹਾਂ, ਪਰ ਜਿਵੇਂ ਚੰਦਨ ਪਾਸ ਇਰੰਡ ਦਾ ਵਾਸਾ ਹੁੰਦਾ ਹੈ, ਇਸੇ ਤਰ੍ਹਾਂ ਪ੍ਰਭੂ ਜੀ ਸਾਡਾ ਵਾਸਾ ਆਪ ਜੀ ਪਾਸ ਹੈ। ਜਿਵੇਂ ਚੰਦਨ ਦੇ ਕੋਲ ਰਹਿਣ ਕਰਕੇ ਇਰੰਡ ਵਿੱਚ ਵੀ ਚੰਦਨ ਵਰਗੀ ਸੁਗੰਧੀ ਆ ਜਾਂਦੀ ਹੈ ਅਤੇ ਨੀਚ ਕਿਹਾ ਜਾਣ ਵਾਲਾ ਇਰੰਡ ਚੰਦਨ ਵਰਗਾ ਹੀ ਉੱਤਮ ਬਣ ਜਾਂਦਾ ਹੈ। ਇਸੇ ਪ੍ਰਕਾਰ ਪਰਮਾਤਮਾ ਜੀ ਆਪ ਦੀ ਸੰਗਤ ਕਰਕੇ ਅਸੀਂ ਆਪ ਦਾ ਰੂਪ ਹੋ ਗਏ ਹਾਂ। ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਸਤਿਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਭਾਰ 18 ਮਹਿ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਇਸ ਪ੍ਰਕਾਰ ਜਿਹੜਾ ਜੀਵ ਸੰਸਾਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਸੰਤਾਂ ਦੀ ਸੰਗਤ ਕਰਦਾ ਹੈ, ਉਹ ਇਸ ਸੰਸਾਰ ਵਿੱਚ ਉੱਤਮ ਬਣ ਜਾਂਦਾ ਹੈ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਣ ਤੁਮ ਉਪਕਾਰੀ। ਰਹਾਉ हे ਪਰਮਾਤਮਾ ਜੀ, ਆਪ ਦੀ ਸ਼ਰਨ ਹੀ ਸਤ ਸੰਗ ਹੈ। ਅਸੀਂ ਸੰਸਾਰੀ ਜੀਵ ਔਗਣਾਂ ਨਾਲ ਭਰੇ ਹੋਏ ਹਾਂ, ਪਰ ਆਪ
ਉਪਕਾਰੀ ਤੇ ਜੀਵਾਂ ਤੇ ਦਇਆ ਕਰਕੇ ਉਹਨਾਂ ਦੇ ਔਗਣ ਬਖਸ਼ਣਹਾਰ ਹੋ। ਸਤਿਗੁਰ ਕਬੀਰ ਸਾਹਿਬ ਫਰਮਾਉਂਦੇ ਹਨ, ਜਿਨ ਕਉ ਕਿਰਪਾ ਕਰਤ ਹੈ ਗੋਬਿੰਦ, ਤੇ ਸਤ ਸੰਗ ਮਿਲਾਤ। ਜਿਸ ਜੀਵ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਸ ਨੂੰ ਹੀ ਸਤ ਸੰਗਤ ਪ੍ਰਾਪਤ ਹੁੰਦੀ ਹੈ। ਤੁਮ ਮਖਸੂਤ ਸਪੇਦ ਸਪੀਅਲ, ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮਖੀਰਾ। हे ਪ੍ਰਭੂ, ਆਪ ਚਿੱਟੇ ਪੀਲੇ ਰੇਸ਼ਮ ਵਾਂਗ ਹੋ। ਅਸੀਂ ਔਗਣਾਂ ਨਾਲ ਭਰੇ ਹੋਏ ਕੀੜੇ ਹਾਂ। ਅਸੀਂ ਸੰਸਾਰੀ ਜੀਵ ਵਿਕਾਰਾਂ ਕਰਕੇ ਕੀੜਿਆਂ ਵਾਂਗ ਨਿਕੰਮੇ ਹਾਂ, ਪਰ ਆਪ ਸਾਡੇ ਤੇ ਕਿਰਪਾ ਕਰੋ। ਅਸੀਂ ਆਪ ਜੀ ਦੀ ਸੰਗਤ ਨਾਲ ਇਸ ਹਾਂ, ਪਰ ਆਪ ਸਾਡੇ ਤੇ ਕਿਰਪਾ ਕਰੋ। ਅਸੀਂ ਆਪ ਜੀ ਦੀ ਸੰਗਤ ਨਾਲ ਇਸ ਤਰ੍ਹਾਂ ਮਿਲ ਕੇ ਰਹੀਏ, ਜਿਵੇਂ ਸ਼ਹਿਦ ਦੀਆਂ ਮੱਖੀਆਂ ਆਪਣੇ ਛੱਤੇ ਨਾਲ ਮਿਲ ਕੇ ਰਹਿੰਦੀਆਂ ਹਨ। ਮਧੂ ਮੱਖੀ ਆਪਣੇ ਹਾਕਮ ਦੇ ਹੁਕਮ ਦੀ ਪਾਬੰਦ ਹੈ, ਹਿੰਮਤ ਤੇ ਮਿਹਨਤ ਵਿੱਚ ਪਰਪੱਕ ਹੈ, ਹੱਕ ਖੋਹਣ ਵਾਲੇ ਨੂੰ ਮਿਟਾ ਦਿੰਦੀ ਹੈ, ਵਿਕਾਰਾਂ ਦਾ ਨਾਸ਼ ਕਰਕੇ ਮਿਠਾਸ ਪੈਦਾ ਕਰਦੀ ਹੈ। ਆਪ ਕਿਰਪਾ ਕਰੋ ਕਿ ਅਸੀਂ ਵੀ ਆਪ ਦੀ ਸੰਗਤ ਵਿੱਚ ਇਸ ਪ੍ਰਕਾਰ ਮਿਲ ਕੇ ਰਹੀਏ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਰਾजा राम की सेव न कीनी, कह रविदास चमारा। सतगुरु रविदास जी महाराज फरमान करते हैं कि जीव ਦੀ ਸੰਗਤ ਮੇਲ ਮਿਲਾਪ ਅਤੇ ਜੀਵਨ ਨੀਚ ਹੈ, ਕਿਉਂਕਿ ਜੀਵ ਨੇ ਦੁਰਲਭ ਮਨੁੱਖ ਜਨਮ ਪ੍ਰਾਪਤ ਕਰਕੇ ਪਰਮਾਤਮਾ ਰੂਪੀ ਰਾਜੇ ਦੇ ਸਿਮਰਨ ਨਹੀਂ ਕੀਤਾ। ਸ਼ਬਦ ਕਹਾ ਪਇਓ ਜੋ ਤਨ ਪਾਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੇ तेरो जन। तुझे चरण यार बिंद भवन मन, पान करत पायो पायो रमया धन। टेक संपत विपत पलट माया धन, ता मैं मगन ना होत तेरो जन। कह रविदास छुटबो कवन गुण, प्रेम की जेवरी बांध्यो तेरो जन। कह रविदास छुटबो कवन गुण। सतगुरु जी ਸਮੁੱਚੀ ਮਾਨਵਤਾ ਨੂੰ ਪ੍ਰਭੂ ਪ੍ਰੇਮ ਦਾ ਪਾਵਨ ਉਪਦੇਸ਼ ਦਿੰਦੇ ਹਨ ਕਿ ਪਰਮਾਤਮਾ ਦੇ ਪ੍ਰੇਮ ਕਰਨ ਵਾਲੇ ਨੂੰ ਆਪਣੇ ਸਰੀਰ ਦੇ ਟੋਟੇ ਟੋਟੇ ਹੋਣ ਦੀ ਵੀ ਕੋਈ ਪਰਵਾਹ ਨਹੀਂ ਹੁੰਦੀ, ਕਿਉਂਕਿ ਉਸ ਨੇ ਪਰਮਾਤਮਾ ਨੂੰ ਪ੍ਰੇਮ ਰੂਪੀ ਰੱਸੀ ਨਾਲ ਬੰਨਿਆ ਹੁੰਦਾ ਹੈ। ਕਹਾਂ ਭਇਓ ਜਿਉ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਮਨੁੱਖ ਜਨਮ ਪ੍ਰਭੂ ਦੇ ਮਿਲਾਪ ਵਾਸਤੇ ਹੀ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਪ੍ਰਭੂ ਪ੍ਰਤੀ ਤੀਬਰ ਅਤੇ ਅਥਾਹ ਪਿਆਰ ਦੀ ਅਵਸਥਾ ਦਾ ਵਰਣਨ ਕਰਦੇ ਹਨ ਕਿ ਜੇ ਮੇਰਾ ਸਰੀਰ ਟੁਕੜੇ ਟੁਕੜੇ ਵੀ ਹੋ ਜਾਵੇ ਤਾਂ ਮੈਨੂੰ ਕੋਈ ਡਰ ਨਹੀਂ। ਡਰ ਤਾਂ ਇਸ ਗੱਲ ਦਾ ਹੈ ਕਿ ਮੇਰੇ ਮਨ ਵਿੱਚੋਂ ਆਪ ਦਾ ਪ੍ਰੇਮ ਨਾ ਘਟ ਜਾਵੇ। ਤੁਝ ਹੈ ਚਰਨ ਅਰ ਬਿੰਦ ਭਵਨ ਮਨ, ਪ੍ਰਾਨ ਕਰਤ ਪਾਇਓ ਪਾਇਓ ਰਮਿਆ ਧਨ। ਰਹਾ ਪਰਮਾਤਮਾ ਜੀ ਆਪ ਦੇ ਚਰਨ ਕਮਲ ਫੁੱਲ ਵਾਂਗ ਹਨ ਅਤੇ ਮੇਰਾ ਮਨ
ਭੌਰੇ ਵਾਂਗ ਹੈ ਮੇਰੇ ਮਨ ਨੇ ਆਪ ਜੀ ਦੇ ਚਰਨ ਕਮਲਾਂ ਵਿੱਚ ਰਹਿਣ ਲਈ ਥਾਂ ਪ੍ਰਾਪਤ ਕਰ ਲਈ ਹੈ। हे ਪ੍ਰਭੂ ਜੀ, ਆਪ ਦਾ ਪਾਵਨ ਨਾਮ ਰੂਪੀ ਅੰਮ੍ਰਿਤ ਪੀ ਕੇ ਮੈਂ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ ਹੈ। ਸੰਪਤ ਵਿਪਤ ਪਲਟ ਮਾਇਆ ਧਨ, ਤਾ ਮੈਂ ਮਗਨ ਨਾ ਹੋਤ ਤੇਰੋ ਜਨ। ਪਰਮਾਤਮਾ ਜੀ, ਆਪ ਜੀ ਦੇ ਨਾਮ ਦਾ ਆਨੰਦ ਲੈਣ ਵਾਲਾ ਆਪ ਦਾ ਦਾਸ ਸੁਖ ਦੁਖ ਰੂਪੀ ਪਰਦਾ ਸੰਸਾਰਕ ਮਾਇਆ ਅਤੇ ਸੰਸਾਰ ਰੂਪੀ ਝੂਠੇ ਧਨ ਵਿੱਚ ਮਗਨ ਨਹੀਂ ਹੁੰਦਾ। ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ, ਕਹਿ ਰਵਿਦਾਸ ਛੁਟਬੋ ਕਵਨ ਗੁਣ। ਸਤਿਗੁਰੂ ਰਵਿਦਾਸ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਪ੍ਰਮਾਤਮਾ ਜੀ ਦਾਸ ਨੇ ਪ੍ਰੇਮ ਨੂੰ ਪ੍ਰੇਮ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਹੁਣ ਆਪ ਕਿਹੜੇ ਯਤਨ ਕਰਕੇ ਛੁੱਟੋਗੇ? ਭਾਵ ਆਪ ਪ੍ਰੇਮ ਦੇ ਸੱਚੇ ਬੰਧਨ ਚੋਂ ਨਿਕਲ ਨਹੀਂ ਸਕਦੇ। ਸਤਿਗੁਰੂ ਨਾਮਦੇਵ ਜੀ ਉਚਾਰਨ ਕਰਦੇ ਹਨ, ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੀ ਭਗਤ ਨਾ ਛੂਟੈ ਮੋਹੈ। ਪਰਮਾਤਮਾ ਜੀ ਕਹਿੰਦੇ ਹਨ ਕਿ ਮੇਰੀ ਕਰਨੀ, ਮੇਰਾ ਨਾਮ ਜਪਣ ਵਾਲੇ ਸੰਤ ਜਾਂ ਭਗਤ ਤਾਂ ਬਦਲ ਸਕਦੇ ਹਨ, ਪਰ ਮੈਂ ਉਹਨਾਂ ਦੀ ਕੀਤੀ ਹੀ ਨਹੀਂ ਬਦਲ ਸਕਦਾ, ਕਿਉਂਕਿ ਉਹਨਾਂ ਮੈਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ੍ਹ ਲਿਆ ਹੈ। ਇਸ ਲਈ ਪਰਮਾਤਮਾ ਪ੍ਰੇਮ ਦੇ ਬੰਧਨ ਵਿੱਚ ਬੰਨਿਆ ਹੋਇਆ ਕਿਸੇ ਵੀ ਯਤਨ ਕਰਕੇ ਆਜ਼ਾਦ ਨਹੀਂ ਹੋ ਸਕਦਾ। ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਕੇ ਕਾਟੇ ਕਾਗਰ। ਨਿਮਤ ਨਾਮ ਦਿਓ ਦੂਧ ਪਿਆਇਆ, ਤਉ ਜਗ ਜਨਮ ਸੰਕਟ ਨਹੀਂ ਆਇਆ। ਜਨ ਰਵਿਦਾਸ ਰਾਮ ਰੰਗ ਰਾਤਾ, ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਸਤਿਗੁਰੂ ਰਵਿਦਾਸ ਜੀ ਮਹਾਰਾਜ ਸਮੁੱਚੀ ਕਾਇਨਾਤ ਨੂੰ ਪਰਮਾਤਮਾ ਦਾ ਹਰ ਨਾਮ ਜਪਣ ਦਾ ਪਾਵਨ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਹਰ ਨਾਮ ਵਿੱਚ ਰੰਗ ਹੋ ਕੇ ਸੰਸਾਰੀ ਜੀਵ ਜੀਵਨ ਮੁਕਤ ਹੋ ਜਾਂਦਾ ਹੈ। ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ। ਪਰਮਾਤਮਾ ਦਾ ਹਰ ਹਰ ਨਾਮ ਜਪ ਕੇ ਪਹਿਲਾਂ ਵੀ ਸੰਸਾਰੀ ਜੀਵ ਮੁਕਤ ਹੋਏ ਹਨ। ਹਰ ਹਰ ਨਾਮ ਜਪ ਕੇ ਹੁਣ ਵੀ ਮੁਕਤ ਹੋ ਰਹੇ ਹਨ ਅਤੇ ਹਰ ਹਰ ਨਾਮ ਜਪ ਕੇ ਅੱਗੇ ਵੀ ਮੁਕਤ ਹੋਣਗੇ। ਪਰਮਾਤਮਾ ਦਾ ਹਰ ਹਰ ਨਾਮ ਜੀਵਾਂ ਦੇ ਹਿਰਦੇ ਨੂੰ ਉਜਵਲ ਕਰਨ ਵਾਲਾ ਹੈ। ਪਰਮਾਤਮਾ ਦਾ ਸਵਾਸ ਸਵਾਸ ਹਰ ਨਾਮ ਜਪ ਕੇ ਜੀਵ ਸੰਸਾਰ ਦੇ ਨਾ ਤਰੇ ਜਾਣ ਵਾਲੇ ਭਵ ਸਾਗਰ ਤੋਂ ਪਾਰ ਹੁੰਦੇ ਹਨ। ਸਤਿਗੁਰੂ ਨਾਮਦੇਵ ਜੀ ਫਰਮਾਨ ਕਰਦੇ ਹਨ, ਹਰ ਹਰ ਕਰਤ ਮਿਟੇ ਸਭ ਭਰਮਾ, ਹਰ ਕੋ ਨਾਮ ਲੈ ਉਤਮ ਧਰਮਾ। ਪਰਮਾਤਮਾ ਦਾ ਹਰ ਹਰ ਨਾਮ ਜਪਣ ਨਾਲ ਸਭ ਤਰ੍ਹਾਂ ਦੇ ਭਰਮ ਮਿਟ ਜਾਂਦੇ ਹਨ। ਪਰਮਾਤਮਾ ਦਾ ਹਰ ਨਾਮ ਜਪਣਾ ਸੰਸਾਰ ਵਿੱਚ ਸਭ ਤੋਂ ਉੱਤਮ ਧਰਮ ਹੈ। ਸਤਿਗੁਰੂ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋ
ਦੁਖ ਭੰਜਨਾ। हे ਮਨ, ਤੂੰ ਪਰਮਾਤਮਾ ਦੇ ਐਸੇ ਹਰ ਗਿਆਨ ਦਾ ਵਿਚਾਰ ਕਰ ਜੋ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਹੈ। ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਹਰ 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 ਹਰੇ, ਹਰ 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 ਹੇਤ, ਉਠਤ ਬੈਠਤ ਸੋਵਤੇ, ਹਰ 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 ਚੇਤ। ਹਰ ਦੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਪਰਮਾਤਮਾ ਦਾ ਨਾਮ ਜਪ ਕੇ ਕਬੀਰ ਜੀ ਇਸ ਸੰਸਾਰ ਵਿੱਚ ਪ੍ਰਸਿੱਧ ਹੋਏ, ਜਿਨ੍ਹਾਂ ਨੇ ਆਪਣੇ ਤਾਂ ਜਨਮਾਂ ਜਨਮਾਂਤਰਾਂ ਦੇ ਹਿਸਾਬ ਕਿਤਾਬ ਘੱਟ ਹੀ ਦਿੱਤੇ ਹਨ, ਸਗੋਂ ਸੰਸਾਰੀ ਲੋਕਾਂ ਨੂੰ ਏਕਤਾ ਸਮਾਨਤਾ ਭਾਈਚਾਰੇ ਦੀ ਲੜੀ ਵਿੱਚ ਪਰੋ ਕੇ ਪਰਮਾਤਮਾ ਦਾ ਨਾਮ ਜਪਾ ਕੇ ਭਵ ਸਾਗਰ ਤੋਂ ਪਾਰ ਕੀਤਾ ਹੈ। ਨਿਮਤ ਨਾਮ ਦਿਓ ਦੂਧ ਪਿਆਇਆ, ਤਉ ਜਗ ਜਨਮ ਸੰਕਟ ਨਹੀਂ ਆਇਆ। ਜਦੋਂ ਨਾਮਦੇਵ ਜੀ ਨੇ ਨਿਮਰਤਾ ਸਹਿਤ ਪਰਮਾਤਮਾ ਨੂੰ ਦੁੱਧ ਪਿਲਾਇਆ, ਉਸ ਤੋਂ ਬਾਅਦ ਸੰਸਾਰ ਦੇ ਜਨਮ ਮਰਨ ਦੇ ਸੰਕਟ ਵਿੱਚ ਨਹੀਂ ਆਏ, ਭਾਵ ਮੁਕਤ ਹੋ ਗਏ। ਸਾਖੀ ਠਾਕੁਰਾਂ ਨੂੰ ਦੁੱਧ ਪਿਲਾਉਣਾ। ਜਗਤ ਦੇ ਧੰਦੇ ਅਮੁੱਕ ਹਨ। ਜੀਵ ਜਗਤ ਵਿੱਚ ਰਹਿੰਦਾ ਹੋਇਆ ਧੰਦੇ ਕਰਦਾ ਅੱਕ ਤੇ ਥੱਕ ਜਾਂਦਾ ਹੈ, ਪਰ ਧੰਦੇ ਨਹੀਂ ਮੁੱਕਦੇ। ਇੱਕ ਦਿਨ ਨਾਮਦੇਵ ਜੀ ਦੇ ਪਿਤਾ ਨੂੰ ਕੋਈ ਐਸਾ ਕੰਮ ਪੈ ਗਿਆ ਕਿ ਉਸ ਨੂੰ 3 ਕੁ ਦਿਨ ਹਾੜੇ ਬਾਹਰ ਜਾਣਾ ਪਿਆ। ਉਹ ਠਾਕੁਰਾਂ ਨੂੰ ਰੋਜ਼ ਦੁੱਧ ਦਾ ਭੋਗ ਲਗਾਉਂਦਾ ਸੀ। ਜਦੋਂ ਬਾਹਰ ਚੱਲਿਆ ਤਾਂ ਉਸਨੇ ਨਾਮਦੇਵ ਜੀ ਨੂੰ ਤਕੀਦ ਕੀਤਾ ਕਿ ਮੈਂ 3 ਦਿਨ ਵਾਸਤੇ ਬਾਹਰ ਚੱਲਿਆ ਹਾਂ। ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ ਕਰਨਾ, ਫਿਰ ਮੰਦਰ ਜਾ ਕੇ ਠਾਕੁਰ ਜੀ ਦਾ ਇਸ਼ਨਾਨ ਕਰਾਉਣਾ ਅਤੇ ਗਊ ਚੋ ਕੇ ਦੁੱਧ ਦਾ ਭੋਗ ਲਗਾਉਣਾ। ਇਹ ਗੱਲ ਨਾ ਭੁੱਲਣਾ, ਜੇ ਠਾਕੁਰ ਜੀ ਗੁੱਸੇ ਹੋ ਗਏ ਤਾਂ ਅਸਾਂ ਦਾ ਕੋਈ ਟਿਕਾਣਾ ਨਹੀਂ ਹੈ। ਇਉਂ ਤਕੀਦ ਕਰਕੇ ਨਾਮਦੇਵ ਜੀ ਦੇ ਪਿਤਾ ਚਲੇ ਗਏ। ਅਗਲੇ ਦਿਨ ਨਾਮਦੇਵ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਕਪਲਾ ਗਊ ਦਾ ਦੁੱਧ ਚੋ ਕੇ ਮੰਦਰ ਚਲਿਆ ਗਿਆ। ਦੁੱਧ ਨੂੰ ਉੱਚੀ ਥਾਂ ਰੱਖ ਕੇ ਠਾਕੁਰ ਜੀ ਦਾ ਇਸ਼ਨਾਨ ਕਰਾਇਆ। ਮੰਦਰ ਦਾ ਅੰਦਰਲਾ ਹਿੱਸਾ ਸਾਫ਼ ਕੀਤਾ। ਜਦੋਂ ਥਾਂ ਸੁੱਕ ਗਈ ਤਾਂ ਧੂਫ ਦਿਖਾ ਕੇ ਮੰਦਰ ਦਾ ਦੁੱਧ ਦਾ ਛੰਨਾ ਮੰਦਰ ਦੇ ਅੰਦਰ ਠਾਕੁਰ ਜੀ ਦੇ ਮੋਹਰੇ ਰੱਖ ਦਿੱਤਾ। ਕਿਹਾ, ਮਹਾਰਾਜ ਨਾਮਦੇਵ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਦੁੱਧ ਕਟੋਰੇ ਗੜਵੇ ਪਾਣੀ, ਕਲਪ ਗਾਏ ਨਾਮੇ ਦੁਹਿਆਨੀ। दूध पियो गोविंदे राय, दूध पियो मेरो मन पति आए, नहीं ता घर को बाप रिसाए। रहाओ सोयन कटोरी अमृत भरी, लै नामे हर आगे धरी। भोले ਨਾਮਦੇਵ ਜੀ ਨੂੰ ਨਹੀਂ ਸੀ ਪਤਾ ਕਿ ਜਗਤ ਠਾਕੁਰਾਂ ਨਾਲ ਠੱਗੀ ਕਰਦਾ ਹੈ। ਇੱਕ ਚਮਚਾ ਦੁੱਧ ਠਾਕੁਰ ਜੀ ਦੇ ਮੂੰਹ ਨੂੰ ਲਾ ਕੇ ਬਾਕੀ ਦਾ ਪੱਥਰ ਮੂਰਤੀ ਦੁੱਧ ਕਿਵੇਂ ਪੀਵੇ। ਛੰਨਾ ਅੱਗੇ ਰੱਖ ਕੇ ਨਾਮਦੇਵ ਜੀ ਬੈਠੇ ਰਹੇ। ਜਦੋਂ ਬਹੁਤ ਚਿਰ ਹੋ ਗਿਆ
ਤਾਂ ਬੋਲ ਕੇ ਬੇਨਤੀ ਕਰਨ ਲੱਗੇ, ਹੇ ਪ੍ਰਭੂ ਜੀ, ਦੁੱਧ ਦਾ ਕਟੋਰਾ ਭਾਵ ਛੰਨਾ ਤੇ ਪਾਣੀ ਦਾ ਗੜਵਾ ਆਪ ਦੇ ਕੋਲ ਰੱਖਿਆ ਹੋਇਆ ਹੈ। ਇਹ ਦੁੱਧ ਮੈਂ ਕਪਲਾ ਗਊ ਨੂੰ ਚੋ ਕੇ ਲਿਆਂਦਾ ਹੈ। ਹੇ ਮੇਰੇ ਗੋਬਿੰਦ, ਦੁੱਧ ਪੀਵੋ। ਜੇ ਦੁੱਧ ਨੂੰ ਪੀ ਲਵੋਗੇ ਤਾਂ ਮੇਰਾ ਮਨ ਸ਼ਾਂਤ ਹੋ ਜਾਵੇਗਾ, ਨਹੀਂ ਤਾਂ ਪਿਤਾ ਜੀ ਗੁੱਸੇ ਹੋਣਗੇ। ਸੋਨੇ ਦੀ ਕਟੋਰੀ ਭਾਵ ਛੰਨਾ ਮੈਂ ਆਪ ਅੱਗੇ ਰੱਖੀ ਹੈ, ਜ਼ਰੂਰ ਪੀਵੋ। ਮੈਂ ਕੋਈ ਪਾਪ ਨਹੀਂ ਕੀਤਾ। ਜੇ ਮੇਰੇ ਬਾਪ ਕੋਲੋਂ ਰੋਜ਼ ਦੁੱਧ ਪੀਂਦੇ ਹੋ ਤਾਂ ਮੈਥੋਂ ਕਿਉਂ ਨਹੀਂ ਪੀਂਦੇ? ਹੇ ਪ੍ਰਭੂ, ਕਿਰਪਾ ਕਰੋ, ਦਇਆ ਕਰੋ। ਜੇ ਅੱਜ ਦੁੱਧ ਨਾ ਪੀਤਾ ਤਾਂ ਮੇਰੀ ਖੈਰ ਨਹੀਂ। ਆਖਦੇ ਨੇ ਸ਼ੁੱਧ ਹਿਰਦੇ ਨਾਲ ਕੀਤੀ ਹੋਈ ਅਰਦਾਸ ਬਿਰਥੀ ਨਹੀਂ ਜਾਂਦੀ, ਪ੍ਰਭੂ ਨੂੰ ਪੱਥਰਾਂ ਰਾਹੀਂ ਪ੍ਰਗਟ ਕਰ ਦਿੰਦੀ ਹੈ। ਜੋ ਕੰਮ ਨਾਮਦੇਵ ਜੀ ਦੇ ਪਿਤਾ ਜੀ ਸਾਰੀ ਉਮਰ ਨਾ ਕਰ ਸਕੇ, ਠਾਕੁਰ ਅਤੇ ਆਪਣੇ ਜੀਵਨ ਨਾਲ ਠੱਗੀ ਕਰਦੇ ਰਹੇ। ਨਾ ਸ਼ੁੱਧ ਹਿਰਦੇ ਨਾਲ ਪ੍ਰਾਰਥਨਾ ਕੀਤੀ, ਨਾ ਠਾਕੁਰ ਨੇ ਦੁੱਧ ਪੀਤਾ। ਜਿਵੇਂ ਬ੍ਰਾਹਮਣ ਚਮਚੇ ਨਾਲ ਦੁੱਧ ਠਾਕੁਰ ਜੀ ਦੇ ਮੂੰਹ ਨੂੰ ਛੁਹਾ ਕੇ ਚਮਚਾ ਪਿੱਛੇ ਕਰ ਲੈਂਦਾ ਸੀ, ਤਿਵੇਂ ਨਾਮਦੇਵ ਜੀ ਦੇ ਪਿਤਾ ਜੀ ਕਰਦੇ ਰਹੇ। ਪਰ ਮਾਸੂਮ ਆਤਮਾ ਨਾਮਦੇਵ ਜੀ ਨੂੰ ਇਹ ਚੰਗੀ ਨਾ ਲੱਗੀ। ਉਹ ਠਾਕੁਰ ਜੀ ਅੱਗੇ ਬੇਨਤੀ ਤਰਲੇ ਕੱਢਦੇ ਰਹੇ। ਆਖਰ ਭਗਵਾਨ ਭਗਤੀ ਦਾ ਖਿੱਚਿਆ ਹੋਇਆ ਆ ਗਿਆ, ਪੱਥਰ ਦੀ ਮੂਰਤੀ ਵਿੱਚੋਂ ਪ੍ਰਗਟ ਹੋਇਆ, ਮੂਰਤੀ ਰਾਹੀਂ ਹੱਸਿਆ। ਏਕ ਭਗਤ ਮੇਰੇ ਹਿਰਦੇ ਵਸੇ, ਨਾਮੇ ਦੇਖ ਨਾਰਾਇਣ ਹਸੇ। ਨਾਮਦੇਵ ਜੀ ਉਹਨਾਂ ਦੇ ਹਿਰਦੇ ਵਿੱਚ ਵਸਿਆ। ਨਾਮੇ ਨੂੰ ਦੇਖ ਕੇ ਭਗਵਾਨ ਹੱਸ ਪਿਆ। ਹੱਸ ਕੇ ਦੋਵੇਂ ਹੱਥ ਅੱਗੇ ਵਧਾਏ ਤੇ ਦੁੱਧ ਪੀ ਲਿਆ। ਦੁੱਧ ਪੀ ਕੇ ਮੂਰਤੀ ਫਿਰ ਜਿਉਂ ਦੀ ਤਿਉਂ ਹੋ ਗਈ। ਦੁੱਧ ਪਿਆਏ ਭਗਤ ਘਰ ਗਿਆ, ਨਾਮੇ ਹਰ ਕਾ ਸਿਮਰਨ ਭਇਆ। ਦੁੱਧ ਪਿਆ ਕੇ ਨਾਮਦੇਵ ਜੀ ਘਰ ਚਲੇ ਗਏ। ਉਹਨਾਂ ਨੂੰ ਇਸ ਪ੍ਰਭੂ ਦੇ ਦਰਸ਼ਨ ਦਿੱਤੇ ਹਨ। ਇਹ ਨਾਮਦੇਵ ਜੀ ਦੀ ਭਗਤੀ ਮਾਰਗ ਵਿੱਚ ਸਭ ਤੋਂ ਪਹਿਲੀ ਫਤਿਹ ਸੀ। ਭਗਵਾਨ ਉਹਨਾਂ ਦੇ ਆਖੇ ਲੱਗਣ ਲੱਗ ਪਿਆ। ਛੋਟੀ ਉਮਰ ਵਿੱਚ ਹੀ ਪ੍ਰਭੂ ਦਰਸ਼ਨ ਕਰ ਲਏ। ਲੋਕਾਂ ਵਿੱਚ ਬੜੀ ਸ਼ੋਭਾ ਹੋਈ। ਨਾਮਦੇਵ ਜੀ ਦੇ ਪਿਤਾ ਨੂੰ ਜਦ ਪਤਾ ਲੱਗਾ ਤਾਂ ਉਹ ਬਹੁਤ ਪ੍ਰਸੰਨ ਹੋਏ। ਜਨ ਰਵਿਦਾਸ ਰਾਮ ਰੰਗ ਰਾਤਾ, ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਜੋ ਵੀ ਜੀਵ ਪਰਮਾਤਮਾ ਦੇ ਹਰ ਨਾਮ ਵਿੱਚ ਰੰਗਿਆ ਜਾਂਦਾ ਹੈ, ਉਹ ਜੀਵ ਗੁਰੂ ਦੀ ਕਿਰਪਾ ਨਾਲ ਨਰਕ ਨੂੰ ਨਹੀਂ ਜਾਂਦਾ। ਸਤਿਗੁਰ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਹਿ ਕਬੀਰ ਰੰਗ ਰਾਤਾ, ਮਿਲਿਓ ਜਗ ਜੀਵਨ ਦਾਤਾ। ਜਿਹੜਾ ਜੀਵ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਇਸ ਸੰਸਾਰ ਵਿੱਚ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਸ ਨੂੰ ਜਗ ਜੀਵਨ ਦਾਤਾ ਪਰਮੇਸ਼ਰ ਮਿਲ ਜਾਂਦਾ ਹੈ। ਸ਼ਬਦ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ। ਸਤਿਗੁਰ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਹਿ ਕਬੀਰ
ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ। ਜਿਹੜਾ ਜੀਵ ਇਸ ਸੰਸਾਰ ਵਿੱਚ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਸ ਨੂੰ ਜਗ ਜੀਵਨ ਦਾਤਾ ਪਰਮੇਸ਼ਵਰ ਮਿਲ ਜਾਂਦਾ ਹੈ।